ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਵਿੱਢੇ ਗਏ ਸੰਘਰਸ਼ 'ਚ ਕਿਸਾਨਾਂ ਦਾ ਜੋਸ਼ ਦਿਨੋ-ਦਿਨ ਵਧਦਾ ਜਾ ਰਿਹਾ। ਉੱਥੇ ਹੀ ਉਹਨਾਂ ਦਾ ਸਾਥ ਦੇਣ ਲਈ ਜਿੱਥੇ ਵੱਖ-ਵੱਖ ਜਥੇਬੰਦੀਆਂ ਹਿੱਕ ਢਾਹ ਕੇ ਖੜੀਆਂ ਨੇ, ਉੱਥੇ ਹੀ ਪੰਜਾਬ ਦੀ ਜਿੱਤ ਲਈ ਗੁਰੂ ਘਰਾਂ 'ਚ ਅਖੰਡ ਪਾਠ ਸਾਹਿਬ ਵੀ ਰੱਖੇ ਜਾ ਰਹੇ ਨੇ। ਪੰਜਾਬੀ ਫਿਲਮ ਅਦਾਕਾਰ ਦੀਪ ਸਿੱਧੂ ਨੇ ਕਿਸਾਨਾਂ ਦੀ ਜਿੱਤ ਦੀ ਕਾਮਨਾ ਕਰਦਿਆਂ ਸ਼ੰਭੂ ਸਥਿਤ ਪਿੰਡ ਨੌਸ਼ਹਿਰਾ 'ਚ ਰੱਖੇ ਗਏ ਅਖੰਡ ਪਾਠ ਸਾਹਿਬ 'ਚ ਸੰਗਤਾਂ ਨੂੰ ਨਤਮਸਤਕ ਹੋਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਅਖੰਡ ਪਾਠ ਸਾਹਿਬ ਦਾ ਭੋਗ 22 ਨਵੰਬਰ ਨੂੰ ਪਵੇਗਾ। ਹੋਰ ਕੀ ਕਿਹਾ ਦੀਪ ਸਿੱਧੂ ਨੇ, ਆਓ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਨੌਸ਼ਹਿਰਾ ਅਖੰਡ ਪਾਠ ਸਾਹਿਬ ਆਰੰਭ ਇੱਥੇ ਕਰਾ ਲਿਆ ਜੀ ਤੇ ਭੋਗ 22 ਤਰੀਕ ਨੂੰ ਪਊਗਾ। ਸਾਰੀ ਸੰਗਤ ਨੂੰ, ਪੰਜਾਬ ਦੀ ਸਾਰੀ ਸੰਗਤ ਨੂੰ ਬੇਨਤੀ ਆ ਵੀ 22 ਤਰੀਕ ਨੂੰ ਸਾਡੇ ਨਾਲ ਹਰ ਘਰ ਚੋਂ ਇੱਕ ਜੀ ਆ ਕੇ ਅਰਦਾਸ 'ਚ ਸ਼ਾਮਲ ਹੋਵੇ। ਪੰਜਾਬ ਦੀ ਚੜ੍ਹਦੀ ਕਲਾ ਖਾਤਰ, ਪੰਜਾਬ ਦੀ ਜਿੱਤ ਖਾਤਰ ਅਰਦਾਸ ਕਰੀਏ, ਕਿਉਂਕਿ ਅਸੀਂ ਸੰਘਰਸ਼ 'ਚ ਹਾਂ। ਪੰਜਾਬ ਇਸ ਟਾਈਮ ਬੜਾ ਸੰਘਰਸ਼ ਆਪਦਾ ਲੜ ਰਿਹਾ, ਕਿਸਾਨਾਂ ਦਾ ਸੰਘਰਸ਼ ਲੜ ਰਹੇ ਆ। ਪੰਜਾਬ ਦੇ ਹੋਰ ਬੜੇ ਮਸਲੇ ਆ ਜਿਨ੍ਹਾਂ 'ਤੇ ਸਾਨੂੰ ਸਿਰ ਜੋੜ ਕੇ ਬੈਠ ਕੇ ਉਹਨਾਂ ਮਸਲਿਆਂ ਨੂੰ ਸਮਝ ਕੇ ਉਹਨਾਂ ਦੇ ਹੱਲ ਕੀ ਹੋਣੇ ਚਾਹੀਦੇ ਆ, ਪੱਕੇ ਤੌਰ 'ਤੇ ਹੱਲ ਕੀ ਹੋਣੇ ਚਾਹੀਦੇ ਆ, ਉਹਨਾਂ ਵੱਲ ਵੀ ਵਧਣਾ ਪਊਗਾ। ਸੋ ਸਾਡੀ ਰਵਾਇਤ ਰਹੀ ਆ ਹਮੇਸ਼ਾ ਹੀ ਸੰਘਰਸ਼ਾਂ ਦੌਰਾਨ ਜਾਂ ਮੋਰਚਿਆਂ 'ਚ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਅਰਦਾਸ ਕਰਦੇ ਹਾਂ ਅਤੇ ਵਾਹਿਗੁਰੂ ਨੂੰ ਅਰਦਾਸ ਕਰਕੇ ਬੇਨਤੀ ਵੀ ਕਰਦੇ ਹਾਂ ਵੀ ਸਾਨੂੰ ਹੁਣ ਰਾਹ ਦਸੇਰਾ ਵੀ ਸਾਡਾ ਕਰੋ ਅਤੇ ਜਿੱਤ ਵੀ ਬਖਸ਼ਿਸ਼ ਕਰੋ ਪੰਜਾਬ ਨੂੰ, ਅਤੇ ਪੰਜਾਬ ਦੀਆਂ ਭੁੱਲਾਂ ਬਖਸ਼ਾਓ। ਸੋ ਉਸੇ ਰਵਾਇਤ ਅਧੀਨ, ਜਾਂ ਆਪਾਂ ਇਹ ਕਹਿ ਲਈਏ ਵੀ ਸਤਿਗੁਰ ਦੇ ਓਟ ਆਸਰੇ 'ਚ ਅਰਦਾਸ ਪਹਿਲਾਂ ਤਾਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਆ ਜੀ, ਅਤੇ ਅਰਦਾਸ ਕਰਾਂਗੇ 22 ਤਰੀਕ ਨੂੰ। ਸਾਰੀ ਸੰਗਤ ਮਿਲ ਕੇ, ਚਾਹੇ ਪੰਜਾਬ ਦੀ ਸੰਗਤ ਹੋਵੇ, ਜਿਹੜੇ ਹਿੰਦੂ ਬਾਈ ਆ ਉਹ ਸਾਰੇ ਮੰਦਰਾਂ 'ਚ ਜਾ ਕੇ ਅਰਦਾਸ ਕਰਨ, ਮੁਸਲਮਾਨ ਭਰਾ ਸਾਡੇ ਮਸੀਤਾਂ 'ਚ ਜਾ ਕੇ ਅਰਦਾਸ ਕਰਨ, ਕ੍ਰਿਸਚਨਸ ਆਪਦੇ ਚਰਚਸ 'ਚ ਜਾ ਕੇ ਅਰਦਾਸ ਕਰਨ। 22 ਤਰੀਕ ਨੂੰ ਇੱਕ ਆਪਾਂ ਪੰਜਾਬ ਦੀ ਜਿੱਤ ਖਾਤਰ ਅਰਦਾਸ ਕਰੀਏ ਇਕੱਠੇ ਹੋ ਕੇ। ਅਸੀਂ ਅਖੰਡ ਪਾਠ ਸਾਹਿਬ ਆਰੰਭ ਵੀ ਕਰਾ ਲਿਆ। NRIs ਆ ਜਿਹੜੇ, ਉਹ ਸਾਰੇ ਆਪਦੇ ਉੱਥੇ ਬੈਠੇ ਵਰਲਡ 'ਚ ਜਿੱਥੇ ਜਿੱਥੇ ਬੈਠੇ ਆ, ਉੱਥੇ ਕੋਲੇ ਗੁਰਦੁਆਰਾ ਸਾਹਿਬ ਹੋਣਗੇ ਜਾਂ ਘਰਾਂ 'ਚ ਅਰਦਾਸ ਕਰਨ, ਅਰਦਾਸ 'ਚ ਜੁੜਨ, ਤਾਂ ਕਿ ਇਸ ਸੰਘਰਸ਼ 'ਚ ਪੰਜਾਬ ਆਪਦੇ ਹੋਂਦ ਦੀ ਲੜਾਈ ਲੜ ਰਿਹਾ। ਸੋ ਇਸ ਸੰਘਰਸ਼ 'ਚ ਪੰਜਾਬ ਦੀ ਜਿੱਤ ਹੋਵੇ, ਪੰਜਾਬ ਫਿਰ ਆਪਦੇ ਉਸੇ ਰਾਹ ਜਾਂ ਮੁੜ ਉਸੇਰੇ ਵੱਲ ਪਰਤ ਸਕੇ ਅਤੇ ਕਿਸਾਨੀ ਖੁਸ਼ਹਾਲ ਹੋਵੇ, ਸਾਡੇ ਮਜ਼ਦੂਰਾਂ ਦੀ ਲੁੱਟ ਖਸੁੱਟ ਰੁਕੇ, ਅਤੇ ਇੱਕ ਚੰਗਾ ਅਤੇ ਸਾਰਥਕ ਸਮਾਜ ਆਪਾਂ ਸਿਰਜੀਏ, ਜਿੱਥੇ ਗਾਂਹ ਜਾ ਕੇ ਹਜੇ ਪਾਣੀ ਦੇ ਮਸਲਿਆਂ 'ਤੇ ਵੀ ਆਪਾਂ ਸਰਕਾਰਾਂ ਨਾਲ ਦੋ ਹੱਥ ਕਰਨੇ ਆ, ਨਸ਼ਿਆਂ ਨਾਲ ਵੀ ਲੜਨਾ, ਬੇਰੁਜ਼ਗਾਰੀ ਨਾਲ ਵੀ ਲੜਨਾ, ਹੋਰ ਜਿੱਥੇ ਜਿੱਥੇ ਕੋਈ ਜ਼ਬਰ ਅਤੇ ਜ਼ੁਲਮ ਹੋ ਰਿਹਾ। ਕਿਉਂਕਿ ਹੁਣ ਸੰਘਰਸ਼ ਜਿਹੜਾ ਸਾਡਾ ਰਾਹ, ਜਿਵੇਂ ਮੈਂ ਰੋਜ਼ ਕਹਿਣਾ ਹੁੰਦਾ ਇਹ ਗੱਲ ਹਮੇਸ਼ਾ, ਵੀ ਪੰਜਾਬ ਦਾ ਗੋਲਡਨ ਪੀਰੀਅਡ ਹੁੰਦਾ ਜਦੋਂ ਅਸੀਂ ਸੰਘਰਸ਼ 'ਚ ਹੁੰਦੇ ਹਾਂ। ਉਸ ਵੇਲੇ ਅਸੀਂ ਉੱਠ ਕੇ ਖੜੇ ਹੋ ਜਾਂਦੇ ਹਾਂ। ਸਾਡੀ ਜਿਹੜੀ ਬਿਰਤੀ ਆ ਉਹ ਸਾਡੇ ਲੋਕਾਂ 'ਚ ਜਾਂ ਪੰਜਾਬ ਖਾਤਰ ਐਡੀ ਕੁ ਜ਼ਿਆਦਾ ਚੇਤੰਨ ਹੋ ਜਾਂਦੀ ਆ, ਅਸੀਂ ਪੋਲੀਟੀਕਲੀ ਅਵੇਅਰ ਹੋ ਜਾਂਦੇ ਹਾਂ, ਜਾਂ ਸਾਡੇ 'ਚ ਇੱਕ ਰਾਜਸੀ ਚੇਤਨਾ, ਸਮਾਜਿਕ ਚੇਤਨਾ ਅਤੇ ਇੱਕ ਸੱਭਿਆਚਾਰਕ ਚੇਤਨਾ ਇਹ ਪ੍ਰਗਟ ਹੋ ਜਾਂਦੀ ਆ। ਅਦਰਵਾਈਜ਼ ਹਮੇਸ਼ਾ ਹੀ ਇਸ ਮਟੀਰੀਅਲਿਸਟਿਕ ਯੁੱਗ 'ਚ ਅਸੀਂ ਮਟੀਰੀਅਲ ਦੇ ਗੁਲਾਮ ਹੋ ਜਾਂਦੇ ਹਾਂ, ਐਸ਼ ਪ੍ਰਸਤੀ 'ਚ ਪੈ ਜਾਂਦੇ ਹਾਂ। ਸੋ ਪੰਜਾਬ ਦਾ ਭਵਿੱਖ ਆ ਜਿਹੜਾ, ਉਹ ਸੰਘਰਸ਼ਾਂ 'ਚੋਂ ਹੀ ਨਿਕਲਣਾ। ਹੁਣ ਜਿੱਥੇ ਜਾ ਕੇ ਆਪਾਂ ਖੜੇ ਹੋ ਗਏ ਹਾਂ, ਜਿੱਥੇ ਜਾ ਕੇ ਪੰਜਾਬ ਦਾ ਸਮਾਜ ਹੁਣ ਇਸ ਟਾਈਮ ਜਿਹਨਾਂ ਮਸਲਿਆਂ ਨਾਲ ਜੂਝ ਰਿਹਾ, ਸੋ ਪੰਜਾਬ ਦਾ ਭਵਿੱਖ ਸੰਘਰਸ਼ਾਂ 'ਚੋਂ ਹੀ ਨਿਕਲਣਾ। ਕੱਲ੍ਹ ਕਿਸਾਨ ਜਥੇਬੰਦੀਆਂ ਨੇ ਬੜਾ ਸਟਰੋਂਗ ਇੱਕ ਪੋਜੀਸ਼ਨ ਲਈ ਸਰਕਾਰ ਦੇ ਖਿਲਾਫ, ਬੜਕ ਹੀ ਮਾਰੀ, ਅਤੇ ਮੈਂ ਉੱਦਾਂ ਦਾ ਇਹੀ ਅਰਜ਼ ਕਰੀ ਜਾਂਦਾ ਸੀ ਵੀ ਬੜਕ ਮਾਰੋ ਉਹਨਾਂ ਨੂੰ, ਉਹ ਡਰਦੇ ਆ। ਜਦੋਂ ਤੱਕ ਅਸੀਂ ਬੜਕ ਨਹੀਂ ਮਾਰਾਂਗੇ, ਕੱਲ੍ਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬੜੀ ਸਰਾਹਣ ਵਾਲੀ ਗੱਲ ਆ ਇਹ ਗੱਲ ਕਹੀ, ਇੱਕ ਮਿੰਟ ਯਾਰ ਤੂੰ ਹਿੱਲਣਾ ਬੰਦ ਕਰ ਪਈ। ਸੋ ਇਹ ਗੱਲ ਕਹੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ, ਵੀ ਜੇ ਦਿੱਲੀ ਨੇ ਸਾਨੂੰ 26 ਅਤੇ 27 ਨੂੰ ਵੜਨ ਨਹੀਂ ਦਿੱਤਾ, ਅਤੇ ਅਸੀਂ ਦਿੱਲੀ ਵਾਲਿਆਂ ਨੂੰ ਨਹੀਂ ਵੜਨ ਦੇਵਾਂਗੇ, ਅਸੀਂ ਰਾਹ ਰੋਕਾਂਗੇ। ਸੋ ਇਹ ਹੁੰਦੀ ਆ ਬੜਕ। ਇੱਥੋਂ ਪਤਾ ਲੱਗਦਾ ਵੀ ਪੰਜਾਬ ਸਾਡਾ, ਅਤੇ ਪੰਜਾਬ ਦੇ ਫੈਸਲੇ ਲੈਣ ਦੇ ਹੱਕ ਸਾਡੇ ਕੋਲੇ ਹੋਣੇ ਚਾਹੀਦੇ ਆ। ਸੋ ਇਸ ਕਰਕੇ 26-27 ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਦਿੱਲੀ ਜਾਣਾ। ਮਕਸਦ ਸਾਡਾ ਜਾਂ ਲੜਾਈ ਸਾਡੀ ਹੁਣ ਦਿੱਲੀ ਨਾਲ ਹੀ ਆ।
ਜਦੋਂ ਤੱਕ ਪੰਜਾਬ ਨੂੰ ਪੰਜਾਬ ਦੇ ਹੱਕ ਨਹੀਂ ਮਿਲਣਗੇ, ਸਾਡੇ ਫੈਸਲੇ ਲੈਣ ਦੇ ਹੱਕ ਸਾਡੇ ਕੋਲੇ ਨਹੀਂ ਹੋਣਗੇ, ਉਦੋਂ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਸੋ ਇਸੇ ਖਾਤਰ ਹੁਣ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਆ ਜੀ, ਤੇ 22 ਤਰੀਕ ਨੂੰ ਭੋਗ ਆ। ਤੁਸੀਂ ਪੰਜਾਬ 'ਚੋਂ ਹਰ ਘਰ 'ਚੋਂ ਹਰ ਜੀ ਅਰਦਾਸ 'ਚ ਆ ਕੇ ਸ਼ਾਮਲ ਹੋਵੇ ਤੇ ਸਾਡੇ ਨਾਲ ਆਪਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੇ ਉਹਨਾਂ ਤੋਂ ਅਰਦਾਸ ਕਰਕੇ ਜਿੱਤ ਦੀ ਬਖਸ਼ਿਸ਼ ਲਈਏ। ਦੱਸ ਦਈਏ ਕਿ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਕਿਸਾਨ ਜਥੇਬੰਦੀਆਂ ਨੇ ਹਰ ਹਾਲ 'ਚ ਨਕਾਰ ਦਿੱਤਾ ਅਤੇ ਇਹਨਾਂ ਕਾਨੂੰਨਾਂ ਦੇ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਬੀੜਾ ਚੁੱਕਿਆ। ਕਿਸਾਨ ਜਥੇਬੰਦੀਆਂ ਨੇ ਹੁਣ ਦਿੱਲੀ ਵੱਲ ਰੁਖ ਕਰ ਲਿਆ, ਜੋ ਕਿ ਆਉਣ ਵਾਲੀ 27 ਨਵੰਬਰ ਇਹ ਬਿਆਨ ਕਰੇਗੀ ਕਿ ਕੇਂਦਰ ਸਰਕਾਰ ਕਿਵੇਂ ਕਿਸਾਨ ਜਥੇਬੰਦੀਆਂ ਦਾ ਸਾਹਮਣਾ ਕਰੇਗੀ। ਬਿਊਰੋ ਰਿਪੋਰਟ, BBN ਪੰਜਾਬੀ।